ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਈਫਾਈ ਸਟੱਡੀ ਦੇ ਉੱਪਰ। ਆਪਾਂ ਇਸ ਚੈਨਲ ਉੱਪਰ ਈਟੀਟੀ ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਹਾਂਜੀ, ਆਪਣਾ ਐਸਿਡ ਬੇਸਿਸ ਚੈਪਟਰ ਚੱਲ ਰਿਹਾ ਸੀ, ਜਿਸ ਦੀ ਕਿ ਅੱਜ ਸੈਕੰਡ ਪਾਰਟ ਆਪਾਂ ਕਰਾਂਗੇ। ਆਈ ਹੋਪ ਤੁਸੀਂ ਸਾਰਿਆਂ ਨੇ ਫਸਟ ਵੀਡੀਓ ਨੂੰ ਚੰਗੀ ਤਰ੍ਹਾਂ ਨਾਲ ਦੇਖ ਲਿਆ ਹੋਣਾ। ਉਹਦੇ ਵਿੱਚ ਆਪਾਂ ਇਲੈਕਟ੍ਰੋਲਾਈਟਸ ਬਾਰੇ ਪੜ੍ਹਿਆ ਸੀ। ਇਲੈਕਟ੍ਰੋਲਾਈਟ ਕਿਵੇਂ ਹੁੰਦੇ ਆ, ਵੀਕ ਇਲੈਕਟ੍ਰੋਲਾਈਟ ਕੀ ਹੁੰਦੇ ਆ, ਸਟਰੋਂਗ ਇਲੈਕਟ੍ਰੋਲਾਈਟ ਕੀ ਹੁੰਦੇ ਆ। ਅਤੇ ਇਹਦੇ ਵਿੱਚ ਆਪਾਂ ਵਾਟਰ ਦੀ ਇੱਕ ਪ੍ਰੋਪਰਟੀ ਬਾਰੇ ਪੜ੍ਹਾਂਗੇ ਕਿ ਜਿਹੜਾ ਵਾਟਰ ਹੈ ਉਹ ਕੀ ਆ, ਇਲੈਕਟ੍ਰੋਲਾਈਟ ਦੀ ਤਰ੍ਹਾਂ ਬਿਹੇਵ ਕਰਦਾ। ਇਹਦੇ ਵਿੱਚ ਕੀ ਹੈ, ਇਹ ਐਸਿਡ ਦੀ ਤਰ੍ਹਾਂ ਵੀ ਬਿਹੇਵ ਕਰਦਾ ਅਤੇ ਬੇਸ ਦੀ ਤਰ੍ਹਾਂ ਵੀ ਬਿਹੇਵ ਕਰਦਾ। ਮਤਲਬ ਕਿ ਇਹ H ਪੋਜ਼ੀਟਿਵ ਆਇਨਸ ਨੇ ਜਿਹੜੇ ਉਹ ਦੇ ਵੀ ਸਕਦਾ ਅਤੇ H ਪੋਜ਼ੀਟਿਵ ਆਇਨਸ ਨੂੰ ਲੈ ਵੀ ਸਕਦਾ। ਠੀਕ ਹੈ, ਇਹਦੇ ਵਿੱਚ ਦੇਖੋ ਕਿਵੇਂ ਦੇਖਦੇ ਆਪਾਂ ਕਿ ਜਿਹੜਾ ਵਾਟਰ ਹੈ ਉਹਦੇ ਕੋਲ ਪ੍ਰੋਪਰਟੀ ਹੈ ਸੈਲਫ ਆਇਨਾਈਜੇਸ਼ਨ ਦੀ, ਕਿ ਉਹ ਖੁਦ ਦੇ ਆਇਨਸ ਬਣਾ ਸਕਦਾ ਹੈ। ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਵਾਟਰ ਲਵਾਂਗੇ, ਅਗਰ ਆਪਾਂ ਉਹਦੀ ਡਿਸੋਸੀਏਸ਼ਨ ਕਰਵਾਉਂਦੇ ਹਾਂ, ਆਪਣੇ ਕੋਲ H ਪੋਜ਼ੀਟਿਵ ਅਤੇ OH ਨੈਗੇਟਿਵ ਆਇਨਸ ਬਣਦੇ ਆ। ਠੀਕ ਹੈ, ਦੋ ਤਰ੍ਹਾਂ ਦੇ ਆਇਨਸ ਬਣਦੇ ਆਪਣੇ ਕੋਲ। ਅਗਰ ਆਪਾਂ ਵਾਟਰ ਨੂੰ ਵਾਟਰ ਦੇ ਨਾਲ ਹੀ ਰਿਐਕਟ ਕਰਵਾ ਦਈਏ, ਦੈਨ ਕੀ ਹੋਊਗਾ, ਆਪਾਂ ਨੂੰ ਪਤਾ ਹੈ ਕਿ ਜਿਹੜਾ ਵਾਟਰ ਹੈ H ਪੋਜ਼ੀਟਿਵ ਅਤੇ OH ਨੈਗੇਟਿਵ ਆਇਨਸ ਦਿੰਦਾ। ਕਲੀਅਰ। ਅਗਰ ਆਪਾਂ ਇੱਕ ਵਾਟਰ ਨੂੰ, ਮੰਨ ਲਓ ਇਸ ਵਾਟਰ ਨੂੰ ਆਪਣੇ ਡਿਸੋਸ਼ੀਏਟ ਕਰਤਾ, ਦੈਨ ਦੂਸਰਾ ਵਾਟਰ ਕੀ ਆਪਣੇ ਐਵੇਂ ਰੱਖ ਲਿਆ, ਅਤੇ ਕੀ ਹੋਊਗਾ, ਇਹ ਜਿਹੜਾ ਵਾਟਰ ਹੈ ਇਹਦੇ ਕੋਲ ਜਿਹੜੇ ਲੋਨ ਪੇਅਰਸ ਨੇ ਆਕਸੀਜਨ ਦੇ ਕੋਲ, ਇਹ ਕੀ ਆ, H ਪੋਜ਼ੀਟਿਵ ਨੂੰ ਅਟਰੈਕਟ ਕਰ ਲੈਣਗੇ ਅਤੇ ਆਪਣੇ ਕੋਲ ਕੀ ਬਣ ਜੂਗਾ, H3O ਪੋਜ਼ੀਟਿਵ ਅਤੇ OH ਨੈਗੇਟਿਵ। ਕਲੀਅਰ। ਤਾਂ ਇਹਦੇ ਵਿੱਚ ਕੀ ਹੋ ਗਿਆ, ਇਹਨੇ ਆਪਣੇ ਆਪ ਦੀ ਹੀ ਆਇਨਾਈਜੇਸ਼ਨ ਕਰ ਦਿੱਤੀ। H ਪੋਜ਼ੀਟਿਵ ਨੂੰ ਆਪਾਂ ਕੀ ਕਹਿੰਦੇ ਆ, ਹਾਈਡਰੋਜਨ ਆਇਨ, ਇਹ ਕੀ ਆ, ਹਾਈਡਰੋਕਸਿਲ ਆਇਨ, ਔਰ ਇਹ ਕੀ ਆ, ਹਾਈਡਰੋਨੀਅਮ ਆਇਨ। ਠੀਕ ਹੈ, ਇਹਨਾਂ ਦੇ ਨਾਮ ਯਾਦ ਕਰ ਲੈਂਦੇ ਹਾਂ। ਅਤੇ ਇਹਦੇ ਵਿੱਚ ਕੀ ਹੋਊਗਾ, ਕੰਸਨਟ੍ਰੇਸ਼ਨ ਜਿਹੜੀ H ਪੋਜ਼ੀਟਿਵ ਆਇਨਸ ਐਂਡ OH ਨੈਗੇਟਿਵ ਆਇਨ ਦੀ, ਉਹ ਕੀ ਹੈ, ਵੈਰੀ ਸਮੋਲ ਹੁੰਦੀ ਹੈ, ਐਕਸਟ੍ਰੀਮਲੀ ਸਮੋਲ। ਤਾਂ ਆਪਾਂ ਨੇ ਯਾਦ ਰੱਖਣਾ ਕਿ ਜਿਹੜਾ ਵਾਟਰ ਹੈ ਉਹਦੇ ਕੋਲ ਪ੍ਰੋਪਰਟੀ ਹੁੰਦੀ ਹੈ ਸੈਲਫ ਆਇਨਾਈਜੇਸ਼ਨ ਦੀ, ਕਿ ਉਹ ਖੁਦ ਨਾਲ ਰਿਐਕਟ ਕਰਕੇ ਖੁਦ ਹੀ ਆਇਨਸ ਬਣਾ ਦਿੰਦਾ। ਨੈਕਸਟ ਆਪਣੇ ਕੋਲ ਜਿਹੜਾ ਟੋਪਿਕ ਆ ਹੈਗਾ pH ਵੈਲਿਊ, pH। ਠੀਕ ਹੈ, pH ਦਾ ਕੀ ਮਤਲਬ ਹੈ, ਪ੍ਰੋਟੋਨਸ ਆਫ ਹਾਈਡਰੋਜਨ। ਜੇ ਆਪਾਂ ਕਹਿੰਦੇ ਹਾਂ ਹਾਈਡਰੋਜਨ ਦੀ ਪਾਵਰ ਹੈ ਜਿਹੜੀ, ਉਹਨੂੰ ਡਿਫਾਈਨ ਕਰਦੀ ਹੈ ਜਿਹੜੀ ਚੀਜ਼, ਉਹਨੂੰ ਆਪਾਂ ਕਹਿੰਦੇ ਹਾਂ pH। ਠੀਕ ਹੈ, pH ਕੀ ਹੈ, ਇਹਦੀ ਡੈਫੀਨੇਸ਼ਨ ਕੀ ਆ ਕਿ pH ਆ ਜੋ ਹੋ ਗਈ ਹੈ ਨੈਗੇਟਿਵ ਲੋਗਰਿਥਮ ਹੈ ਹਾਈਡਰੋਜਨ ਆਇਨ ਦਾ। ਠੀਕ ਹੈ, pH ਕੀ ਹੈ, ਨੈਗੇਟਿਵ ਲੋਗਰਿਥਮ, LOG ਲੋਗਰਿਥਮ ਹੁੰਦਾ ਕਿਹਦਾ, ਹਾਈਡਰੋਜਨ ਆਇਨਸ ਦਾ। ਮੇਨਲੀ pH ਕੀ ਇੱਕ ਸਕੇਲ ਹੈ, pH ਸਕੇਲ ਹੁੰਦਾ ਆਪਣੇ ਕੋਲ, ਜਿਹਦੇ ਉੱਤੇ ਆਪਾਂ ਨੂੰ ਇਹ ਪਤਾ ਚੱਲਦਾ ਕਿ ਕੋਈ ਚੀਜ਼ ਜਿਹੜੀ ਤੇਜ਼ਾਬੀ ਹੈ ਕਿ ਖਾਰੀ ਆ। ਐਸਿਡਿਕ ਅਤੇ ਬੇਸਿਕ ਬਾਰੇ ਅਗਰ ਆਪਾਂ ਪਤਾ ਕਰਨਾ ਚਾਹੁੰਦੇ ਹਾਂ ਤਾਂ ਆਪਾਂ pH ਸਕੇਲ ਦੀ ਵਰਤੋਂ ਕਰਦੇ ਹਾਂ। ਠੀਕ ਹੈ, pH ਸਕੇਲ ਆਪਾਂ ਨੂੰ ਕੀ ਦੱਸਦਾ, ਹਾਈਡਰੋਜਨ ਆਇਨ ਦੀ ਕੰਸਨਟ੍ਰੇਸ਼ਨ ਕਿੰਨੀ ਆ। ਆਪਾਂ ਨੂੰ ਪਤਾ ਜਿੰਨੀ ਜ਼ਿਆਦਾ ਹਾਈਡਰੋਜਨ ਆਇਨਸ ਦੀ ਕੰਸਨਟ੍ਰੇਸ਼ਨ ਹੋਊਗੀ ਉਨਾ ਕੀ ਹੋਊਗਾ, ਐਸਿਡਿਕ ਹੋਊਗਾ, ਅਤੇ ਜਿੰਨੀ ਘੱਟ ਹੋਊਗੀ ਉਨਾ ਕੀ ਹੋਊਗਾ, ਬੇਸਿਕ। ਜਾਂ ਆਪਾਂ ਕਹਿ ਸਕਦੇ ਹਾਂ ਨੈਗੇਟਿਵ ਲੋਗਰਿਥਮ ਆਫ OH ਨੈਗੇਟਿਵ ਆਇਨਸ। ਕਲੀਅਰ। ਆਪਣੇ ਕੋਲ ਇੱਕ pH ਸਕੇਲ ਹੁੰਦਾ ਹੈ ਜਿਸ ਦੀ ਰੇਂਜ ਕੀ ਹੈ 0 ਤੋਂ ਲੈ ਕੇ 14 ਤੱਕ ਹੁੰਦੀ ਹੈ। 0 ਤੋਂ ਲੈ ਕੇ 14 ਤੱਕ ਐਸਿਡਸ, ਬੇਸਿਸ ਅਤੇ ਨਿਊਟਰਲਸ ਜਿਹੜੇ ਸਾਰੇ ਕੰਪਾਊਂਡਸ ਨੇ ਆਪਣੇ ਕੋਲ ਆ ਜਾਂਦੇ ਆ। ਨੈਕਸਟ ਆਪਾਂ pH ਸਕੇਲ ਦੇਖਾਂਗੇ ਕਿ pH ਕੀ ਹੁੰਦੀ ਹੈ। ਇਸ ਤਰ੍ਹਾਂ ਸਕੇਲ ਹੁੰਦਾ ਜਿਹਦੇ 'ਤੇ ਡਿਫਰੈਂਟ ਆਪਾਂ ਨੂੰ ਕਲਰਸ ਦਿੱਤੇ ਹੋਏ ਆ। ਠੀਕ ਹੈ, ਇਹਦੇ ਵਿੱਚ ਕੀ ਹੈ, ਐਸਿਡਿਟੀ ਬੇਸਿਡਿਟੀ ਆਪਾਂ ਨੂੰ ਪਤਾ ਚੱਲਦੀ ਆ ਕਿ ਜੇ ਡਿਫਰੈਂਟ ਕਲਰ ਆ ਜਾਣ, ਜਿਹੜੇ ਇਹਨਾਂ 'ਚੋਂ ਕਲਰ ਆਉਣਗੇ ਉਹ ਆਪਾਂ ਨੂੰ ਸ਼ੋਅ ਕਰਨਗੇ ਕਿ ਕਿੰਨੀ pH ਹੈ। ਦੇਖੋ pH ਸਕੇਲ ਮੇਜਰ ਕਰਦਾ ਐਸਿਡਿਕ ਜਾਂ ਬੇਸਿਕ ਸਟਰੈਂਥ ਕਿਸੇ ਵੀ ਸੋਲਿਊਸ਼ਨ ਦੀ। ਜਿਹੜਾ ਉੱਪਰ ਵਾਲਾ ਪਾਰਟ ਹੈ 7 ਤੋਂ ਉੱਪਰ, ਉਹ ਕਿਹੜੀ ਚੀਜ਼ ਨੂੰ ਸ਼ੋਅ ਕਰਦਾ, ਬੇਸਿਕ। ਯਾਨੀ ਕਿ ਜੇ 7 ਤੋਂ ਉੱਪਰ ਆਪਣੇ ਕੋਲ ਵੈਲਿਊ ਆਊਗੀ ਕੋਈ ਵੀ, ਤਾਂ ਉਹ ਸਾਰੀਆਂ ਚੀਜ਼ਾਂ ਬੇਸਿਕ ਹੋਣਗੀਆਂ, ਯਾਨੀ ਕਿ ਖਾਰੀਆਂ ਹੋਣਗੀਆਂ। ਅਗਰ 7 ਤੋਂ ਸਾਰੀ ਵੈਲਿਊ ਨੀਚੇ ਆਉਣਗੀਆਂ ਤਾਂ ਜਿਹੜੀਆਂ ਚੀਜ਼ਾਂ ਹੋਣਗੀਆਂ ਉਹ ਕੀ ਹੋਣਗੀਆਂ, ਤੇਜ਼ਾਬੀ, ਐਸਿਡਿਕ ਹੋਣਗੀਆਂ, ਐਸਿਡਿਕ। ਠੀਕ ਹੈ, ਅਗਰ ਆਪਣੇ ਕੋਲ ਵੈਲਿਊ 7 ਆ ਜਾਂਦੀ ਹੈ, ਆ ਗ੍ਰੀਨ ਕਲਰ ਦਿਖਾ ਰਹੇ ਆ 7 ਵੈਲਿਊ, ਤਾਂ 7 ਵੈਲਿਊ ਕਿਹਨੂੰ ਦਿਖਾਊਗੀ, ਨਿਊਟਰਲ। ਮਤਲਬ ਕਿ 7 ਵੈਲਿਊ ਕੀ ਹੈ, ਨਿਊਟਰਲ ਚੀਜ਼ ਹੈ, ਨਾ ਹੀ ਉਹ ਤੇਜ਼ਾਬੀ ਹੈ ਨਾ ਹੀ ਖਾਰੀ ਹੈ। ਫੋਰ ਐਗਜ਼ਾਮਪਲ ਵਾਟਰ, ਜਿਹੜਾ ਵਾਟਰ ਹੈ ਉਹਦੀ pH ਕਿੰਨੀ ਹੁੰਦੀ ਹੈ, 7 ਹੁੰਦੀ ਹੈ। ਠੀਕ ਹੈ, ਕੁਛ ਲੋਅਰ ਕੰਸਨਟ੍ਰੇਸ਼ਨ ਵਾਲੇ ਹਾਈਡਰੋਜਨ ਆਇਨ ਵਾਲੇ, ਜਿਹਨਾਂ 'ਚ ਘੱਟ ਹਾਈਡਰੋਜਨ ਆਇਨ ਨੇ, ਉਹ ਕੀ ਹੁੰਦੇ ਨੇ, ਬੇਸਿਕ ਹੁੰਦੇ ਨੇ ਨੇਚਰ ਦੇ ਵਿੱਚ। ਜਿਨ੍ਹਾਂ ਦੇ ਵਿੱਚ ਕੀ ਆ OH ਨੈਗੇਟਿਵ ਘੱਟ ਹੁੰਦੇ ਨੇ, ਉਹ ਕੀ ਹੁੰਦੇ ਨੇ, ਐਸਿਡਿਕ ਹੁੰਦੇ ਨੇ ਨੇਚਰ ਦੇ ਵਿੱਚ। ਕਲੀਅਰ। ਤਾਂ ਆਪਾਂ ਨੇ ਯਾਦ ਰੱਖਣਾ ਹੈ, ਯਾਦ ਕੀ ਰੱਖਣਾ ਆਪਾਂ ਨੇ, ਕਿ 0 ਤੋਂ ਲੈ ਕੇ 7 ਤੱਕ ਜਿਨ੍ਹਾਂ ਦੀ ਵੈਲਿਊ ਆਊਗੀ pH ਸਕੇਲ 'ਤੇ, ਆਪਾਂ ਨੂੰ ਕਲਰ ਕੀ ਆ ਸ਼ੋਅ ਕਰੂਗਾ ਵੀ ਕਿੰਨੀ ਵੈਲਿਊ ਆਈ ਆ। ਅਗਰ ਆਪਾਂ ਕਿਸੇ ਕੰਪਾਊਂਡ ਦੇ ਵਿੱਚ pH ਪੇਪਰ ਪਾ ਕੇ ਦੇਖਾਂਗੇ, ਇਹਨਾਂ ਦੇ ਵਿੱਚੋਂ ਕਲਰ ਆ ਜਾਣਗੇ, ਤਾਂ ਆਪਾਂ ਇਹਦੇ ਨਾਲ ਮੈਚ ਕਰਕੇ pH ਸਕੇਲ ਨਾਲ ਦੇਖ ਲਾਂਗੇ, ਜਿਹੜਾ ਕਲਰ ਆ ਰਿਹਾ ਮੀਨਸ ਆਪਾਂ ਨੂੰ ਪਤਾ ਲੱਗ ਜੂ ਕਿ ਉਹਦੀ pH ਵੈਲਿਊ ਕਿੰਨੀ ਆ। ਠੀਕ ਹੈ, ਅਗਰ pH ਵੈਲਿਊ 0 ਤੋਂ 7 ਤੱਕ ਆਉਂਦੀ ਹੈ ਤਾਂ ਆਪਾਂ ਕਹਾਂਗੇ ਵੀ ਉਹ ਚੀਜ਼ ਕੀ ਹੈ, ਐਸਿਡਿਕ ਹੈ। ਠੀਕ ਹੈ, ਅਗਰ ਆਪਣੇ ਕੋਲ 7 ਆਉਂਦੀ ਹੈ ਤਾਂ ਆਪਾਂ ਕਹਾਂਗੇ ਨਿਊਟਰਲ ਹੈ, ਮਤਲਬ ਕਿ ਉਦਾਸੀਨ ਹੈ, ਨਾ ਹੀ ਐਸਿਡਿਕ ਨਾ ਹੀ ਬੇਸਿਕ। ਅਗਰ ਆਪਣੇ ਕੋਲ 7 ਤੋਂ ਲੈ ਕੇ 14 ਤੱਕ ਵੈਲਿਊ ਆਉਂਦੀ ਆ ਤਾਂ ਆਪਾਂ ਕਹਾਂਗੇ
ਕੀ ਆ ਬੇਸਿਕ। ਜਿੰਨੀ ਜਿੰਨੀ 7 ਤੋਂ 14 ਵੱਲ ਨੂੰ ਜਾਂਦੇ ਜਾਵਾਂਗੇ ਬੇਸਿਕ ਕਰੈਕਟਰ ਵੱਧਦਾ ਜਾਊਗਾ। ਜਿਵੇਂ ਜਿਵੇਂ ਆਪਾਂ 7 ਤੋਂ ਲੈ ਕੇ 0 ਵੱਲ ਨੂੰ ਜਾਂਦੇ ਜਾਵਾਂਗੇ ਐਸਿਡਿਕ ਕਰੈਕਟਰ ਵੱਧਦਾ ਜਾਊਗਾ। ਇਹ ਚੀਜ਼ ਆਪਾਂ ਨੇ ਯਾਦ ਰੱਖਣੀ ਹੈ। ਨੈਕਸਟ ਕੁਝ ਕੰਪਾਊਂਡ ਨੇ, ਇਹਨਾਂ ਦੇ ਵਿੱਚੋਂ ਡਾਇਰੈਕਟ ਆਪਾਂ ਨੂੰ ਦੇ ਕੇ ਕੰਪਾਊਂਡ ਕੋਈ ਵੀ ਪੁੱਛ ਸਕਦੇ ਆ ਕਿ ਇਹ ਐਸਿਡਿਕ ਹੈ ਕਿ ਬੇਸਿਕ ਹੈ। ਠੀਕ ਹੈ, ਆਪਾਂ ਕੀ ਕਰਾਂਗੇ, ਉਹ ਕੰਪਾਊਂਡ ਜਿਵੇਂ ਆਪਾਂ ਨੇ ਚਾਹ ਲੈ ਲਈ, ਠੀਕ ਹੈ, ਚਾਹ ਦੇ ਵਿੱਚ ਆਪਾਂ pH ਪੇਪਰ ਪਾ ਕੇ ਦੇਖਾਂਗੇ। ਇਹਨਾਂ ਦੇ ਵਿੱਚੋਂ ਜਿਹੜਾ ਵੀ ਕਲਰ ਆ ਗਿਆ ਆਪਾਂ ਨੂੰ ਪਤਾ ਲੱਗ ਜੂਗਾ ਕਿ ਜਿਹੜੀ ਚਾਹ ਗਈ ਉਹ ਤੇਜ਼ਾਬੀ ਹੈ ਕਿ ਖਾਰੀ ਹੈ, ਐਸਿਡਿਕ ਹੈ ਕਿ ਬੇਸਿਕ ਹੈ। ਠੀਕ ਹੈ, ਜਿਵੇਂ ਕਿ ਦੇਖੋ ਉੱਪਰ ਜਦੋਂ ਆਪਾਂ ਇੱਧਰ ਵੱਲ ਨੂੰ ਜਾਵਾਂਗੇ ਤਾਂ ਜਿਹੜੇ ਕੰਪਾਊਂਡ ਆਉਣਗੇ ਉਹ ਕੀ ਹੋਣਗੇ ਐਸਿਡਿਕ। ਜਮਾ ਵਿਚਕਾਰ ਇੱਕੋ ਹੀ ਹੈਗਾ ਵਾਟਰ, ਬਿਲਕੁਲ ਪਿਓਰ ਵਾਟਰ ਜਿਹਦੀ pH ਕਿੰਨੀ ਹੈ 7 ਹੈ। ਠੀਕ ਹੈ, ਜਿਵੇਂ ਜਿਵੇਂ ਨੀਚੇ ਨੂੰ ਜਾਵਾਂਗੇ ਕੀ ਆਉਣਗੇ ਐਲਕਲਾਈਨਸ। ਐਲਕਲਾਈਨ ਕੌਣ ਹੁੰਦੇ ਨੇ, ਬੇਸ ਹੁੰਦੇ ਨੇ ਐਲਕਲਾਈਨ। ਹੁਣ ਆਪਾਂ ਦੇਖਦੇ ਹਾਂ ਇਕੱਲੇ ਇਕੱਲੇ ਕੰਪਾਊਂਡਸ ਦੇ ਕਿਸ ਤਰ੍ਹਾਂ ਨਾਲ ਐਸਿਡਿਕ ਜਾਂ ਬੇਸਿਕ ਕਰੈਕਟਰ ਹੈ। ਜਿਵੇਂ ਬੈਟਰੀਆਂ ਦੇ ਵਿੱਚ ਜਿਹੜਾ ਐਸਿਡ ਪਾਇਆ ਹੁੰਦਾ ਹੈ ਉਹ ਕੀ ਹੁੰਦਾ ਐਸਿਡਿਕ, ਬਹੁਤ ਜ਼ਿਆਦਾ ਐਸਿਡਿਕ, ਕਿਉਂਕਿ ਉਹਦੀ ਵੈਲਿਊ ਕਿੰਨੀ ਹੈ 1 ਹੈ, ਤਾਂ ਸਭ ਤੋਂ ਜ਼ਿਆਦਾ ਐਸਿਡਿਕ। ਫਿਰ ਕੀ ਹੁੰਦਾ ਲੈਮਨ ਜੂਸ, ਨਿੰਬੂ ਪਾਣੀ, ਉਹ ਵੀ ਕੀ ਹੁੰਦਾ ਤੇਜ਼ਾਬੀ ਹੁੰਦਾ, ਐਸਿਡਿਕ ਹੁੰਦਾ। ਵਿਨੇਗਰ, ਔਰੇਂਜ ਜੂਸ, ਜਿਹੜੇ ਸਾਰੇ ਜੂਸ ਹੁੰਦੇ ਆ ਇਹ ਸਾਰੇ ਕੀ ਹੁੰਦੇ ਆ ਐਸਿਡਿਕ ਇਨ ਨੇਚਰ ਹੁੰਦੇ ਆ। ਬਲੈਕ ਕੌਫੀ, ਬੀਅਰ ਵਗੈਰਾ ਇਹ ਕੀ ਹੁੰਦਾ ਐਸਿਡਿਕ ਹੈ ਵੀ। ਮਿਲਕ, ਟੀ, ਐਗਜ਼, ਜ਼ਰੀਨ ਕੀ ਹੈ, ਇਹ ਸਾਰੇ ਕੀ ਨੇ ਐਸਿਡਿਕ। ਪਾਣੀ ਕੀ ਹੈ ਨਿਊਟਰਲ ਹੈ, ਨਾ ਹੀ ਐਸਿਡਿਕ ਨਾ ਹੀ ਬੇਸਿਕ। ਅਗਰ ਆਪਾਂ ਸਮੁੰਦਰਾਂ ਦਾ ਪਾਣੀ ਲਵਾਂਗੇ ਤਾਂ ਉਹ ਕੀ ਖਾਰਾ ਹੁੰਦਾ ਹੈ ਬੇਸਿਕ। ਬੇਕਿੰਗ ਸੋਡਾ, ਮਿਲਕ ਆਫ ਮੈਗਨੀਸ਼ੀਆ, ਅਮੋਨੀਅਮ ਡਿਟਰਜੈਂਟ ਵਗੈਰਾ, ਸਾਬਣ ਦੇ ਸਲਿਊਸ਼ਨ, ਬਲੀਚ ਪਾਊਡਰ, ਇਹ ਸਭ ਕੀ ਨੇਗੇ ਬੇਸਿਕ। ਤਾਂ ਸਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਪੁੱਛ ਸਕਦੇ ਆ ਵੀ ਇਹ ਐਸਿਡਿਕ ਹੈ ਕਿ ਬੇਸਿਕ ਹੈ। ਠੀਕ ਹੈ, ਇਹ ਸਾਰਾ ਤੁਸੀਂ ਲਰਨ ਕਰ ਲੈਣਾ। pH ਵੈਲਿਊ ਪਤਾ ਹੋਣੀ ਚਾਹੀਦੀ ਹੈ ਕਿ 7 ਤੋਂ ਉੱਪਰ ਜਾਊਗੀ ਤਾਂ ਐਸਿਡਿਕ ਹੋਊਗਾ ਜਾਂ ਬੇਸਿਕ ਹੋਊਗਾ, ਇਹ ਚੀਜ਼ ਯਾਦ ਰੱਖਣੀ ਆ। ਨੈਕਸਟ ਆਪਣੇ ਹੈਗੇ ਨੇ ਸਾਲਟ ਕੀ ਹੁੰਦੇ ਆ। ਹੁਣ ਆਪਾਂ ਨੇ ਪਿੱਛੇ ਪੜ੍ਹਿਆ ਸੀਗਾ ਕਿ ਜਦੋਂ ਵੀ ਆਪਾਂ ਕਿਸੇ ਐਸਿਡ ਦੇ ਵਿੱਚ ਕਿਸੇ ਬੇਸ ਨੂੰ ਮਿਲਾ ਦਈਏ ਤਾਂ ਆਪਣੇ ਕੋਲੇ ਕੀ ਬਣਦਾ ਸੀ। ਜਦੋਂ ਆਪਾਂ ਐਸਿਡ ਦੇ ਵਿੱਚ ਬੇਸ ਨੂੰ ਮਿਲਾ ਦਿੰਦੇ ਹਾਂ ਤਾਂ ਆਪਣੇ ਕੋਲੇ ਇੱਕ ਬਣਦਾ ਵਾਟਰ, ਨਾਲ ਕੀ ਬਣਦਾ ਸੀ ਸਾਲਟ। ਇਹ ਕੀ ਇੱਕ ਨਿਊਟਰਲਾਈਜੇਸ਼ਨ ਰਿਐਕਸ਼ਨ ਹੈ, ਮਤਲਬ ਕਿ ਉਦਾਸੀਨ ਕਿਰਿਆ, ਜਿਹਦੇ ਵਿੱਚ ਜਦੋਂ ਇੱਕ ਤੇਜ਼ਾਬ ਨੂੰ ਲੈ ਲਿਆ ਇੱਕ ਖਾਰ ਨੂੰ ਲੈ ਲਿਆ, ਦੋਨਾਂ ਨੂੰ ਮਿਲਾਤਾ, ਕੀ ਬਣੂਗਾ ਆਪਣੇ ਕੋਲ ਇੱਕ ਤਾਂ ਸਾਲਟ ਬਣ ਜੂਗਾ ਕੋਈ ਵੀ, ਤੇ ਨਾਲ ਕੀ ਬਣ ਜੂਗਾ ਵਾਟਰ ਬਣ ਜੂਗਾ। ਇਹ ਦੀ ਮੇਨ ਰਿਐਕਸ਼ਨ ਹੈ। ਕੋਈ ਵੀ ਐਸਿਡ ਕਿਸੇ ਵੀ ਬੇਸ ਦੇ ਨਾਲ ਰਿਐਕਟ ਕਰਾਉਣੇ ਆ ਕੀ ਬਣੂਗਾ ਵਾਟਰ ਬਣੂਗਾ ਤੇ ਸਾਲਟ ਬਣੂਗਾ। ਹੁਣ ਆਪਾਂ ਦੇਖਦੇ ਹਾਂ ਕਿ ਸਾਲਟ ਕੀ ਚੀਜ਼ ਹੁੰਦੀ ਹੈ। ਇਹਨਾਂ ਦੇ ਮਿਕਸਚਰ ਤੋਂ ਹੀ ਬਣੀ ਹੈ ਤਾਂ ਆਪਾਂ ਨੂੰ ਪਤਾ ਸਾਲਟ ਕੀ ਹੁੰਦਾ, ਇੱਕ ਕੰਪਾਊਂਡ ਹੈ ਜਿਹੜਾ ਜਦੋਂ ਆਪਾਂ ਐਸਿਡ ਨੂੰ ਮੈਟਲ ਦੇ ਨਾਲ ਰਿਐਕਟ ਕਰਵਾਉਂਦੇ ਹਾਂ। ਸਾਲਟ ਕੈਨ ਵੀ ਫਾਰਮਡ ਬਾਏ ਨਿਊਟਰਲਾਈਜੇਸ਼ਨ ਆਫ ਐਸਿਡ ਤੇ ਬੇਸ। ਠੀਕ ਹੈ, ਐਸਿਡ ਬੇਸ ਨੂੰ ਰਿਐਕਟ ਕਰਾਉਣੇ ਆ ਜਾਂ ਮੈਟਲ ਨੂੰ ਐਸਿਡ ਦੇ ਨਾਲ ਕਰਾਉਂਦੇ ਆ ਤਾਂ ਆਪਣੇ ਕੋਲੇ ਕੀ ਬਣਦਾ ਸਾਲਟ ਬਣਦਾ। ਸਾਲਟ ਨੇ ਜਿਹੜੇ ਉਹ ਸੋਲੂਬਲ ਹੁੰਦੇ ਨੇ ਵਾਟਰ 'ਚ ਸੋਲੂਬਲ ਨੇ ਤਾਂ ਹੀ ਬਣੇ ਆ। ਦੇ ਆਰ ਸੋਲਿਡ ਵਿਦ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ। ਇਹ ਕੀ ਹੁੰਦੇ ਨੇ ਇੱਕ ਸੋਲਿਡ ਕੰਪਾਊਂਡ ਹੁੰਦੇ ਨੇ। ਜਿਵੇਂ ਸਾਲਟ ਦੀ ਐਗਜ਼ਾਮਪਲ, ਕਾਮਨ ਐਗਜ਼ਾਮਪਲ ਕੀ ਹੈ NaCl, ਜਿਹੜਾ ਆਪਾਂ ਘਰਾਂ ਦੇ ਵਿੱਚ ਨਮਕ ਯੂਜ਼ ਕਰਦੇ ਹਾਂ ਕਾਮਨ ਨਮਕ NaCl, ਉਹ ਕੀ ਇੱਕ ਸਾਲਟ ਹੈ, ਸੋਲਿਡ ਹੁੰਦਾ, ਠੋਸ ਹੁੰਦਾ ਅਤੇ ਉਹਦਾ ਕੀ ਹੈ ਹਾਈ ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਹੁੰਦਾ। ਠੀਕ ਹੈ, ਐਕਸ ਸੋਲਿਊਸ਼ਨ ਆਫ ਸਾਲਟ ਕੰਡਕਟ ਇਲੈਕਟ੍ਰੀਸਿਟੀ। ਜਦੋਂ ਵੀ ਆਪਾਂ ਕਿਸੇ ਸਾਲਟ ਨੂੰ ਪਾਣੀ ਦੇ ਵਿੱਚ ਘੋਲ ਦਈਏ ਤਾਂ ਉਹਦੇ ਕੀ ਆ ਆਇਨ ਬਣ ਜਾਣਗੇ। ਜਿਵੇਂ ਇਹਦੇ ਕੀ ਬਣਨਗੇ Na ਪੋਜ਼ੀਟਿਵ ਪਲੱਸ Cl ਨੈਗੇਟਿਵ, ਤਾਂ ਆਇਨਸ ਬਣ ਜਾਣਗੇ। ਆਪਾਂ ਨੂੰ ਪਤਾ ਕਿ ਜਿੱਥੇ ਆਇਨ ਹੋਣ ਉੱਥੇ ਕੀ ਹੁੰਦਾ ਇਲੈਕਟ੍ਰੀਸਿਟੀ ਕੰਡਕਟ ਹੁੰਦੀ ਹੈ, ਮਤਲਬ ਕਿ ਆਇਨਸ ਨੇ ਜਿਹੜੇ ਬਿਜਲੀ ਪਾਸ ਕਰਵਾ ਸਕਦੇ ਆ। ਕਲੀਅਰ ਹੋ ਗਈ ਇਹ ਗੱਲ ਕਿ ਜਿਹੜੇ ਸਾਲਟ ਨੇ ਉਹ ਐਸਿਡ ਬੇਸ ਦੀ ਨਿਊਟਰਲਾਈਜੇਸ਼ਨ ਰਿਐਕਸ਼ਨ ਤੋਂ ਬਣਦੇ ਆ। ਅਤੇ ਕੀ ਹੈ ਜੇ ਆਪਾਂ ਕਿਸੇ ਮੈਟਲ ਦੇ ਨਾਲ ਐਸਿਡ ਰਿਐਕਟ ਕਰਵਾ ਦਈਏ ਤਾਂ ਹਾਈਡਰੋਜਨ ਗੈਸ ਨਿਕਲੂਗੀ, ਤਾਂ ਵੀ ਕੀ ਹੈ ਸਾਲਟ ਬਣੂਗਾ। ਇਹ ਕੀ ਹੈ ਸੋਲਿਡ ਹੁੰਦਾ, ਤਾਂ ਕਰਕੇ ਇਹਦਾ ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਹਾਈ ਹੁੰਦਾ। ਨੈਕਸਟ ਦੇਖਦੇ ਹਾਂ ਆਪਾਂ ਇਹਦੀ ਕੋਈ ਰਿਐਕਸ਼ਨ ਕਿ ਕਿਵੇਂ ਕਰਵਾਇਆ ਆਪਾਂ ਨੇ। ਦੇਖੋ ਤਾਂ ਆਪਾਂ ਪੜ੍ਹ ਚੁੱਕੇ ਹਾਂ ਕਿ ਨੈਗੇਟਿਵ ਆਇਨ ਹੈ ਜਿਹੜਾ ਐਸਿਡ ਤੋਂ ਕੰਬਾਈਨ ਕਰਦਾ, ਪੋਜ਼ੀਟਿਵ ਆਇਨ ਹੈ ਜਿਹੜਾ ਬੇਸ ਤੋਂ ਹੁੰਦਾ, ਅਤੇ ਨਿਊਟਰਲਾਈਜੇਸ਼ਨ ਰਿਐਕਸ਼ਨ ਹੈ ਇਹ ਐਸਿਡ ਅਤੇ ਬੇਸ ਦੇ ਵਿੱਚ ਹੁੰਦੀ ਹੈ ਜਿਹੜੀ, ਅਤੇ ਇੱਕ ਪ੍ਰੋਡਕਟ ਦੇ ਵਿੱਚ ਕੀ ਬਣਦਾ ਵਾਟਰ ਅਤੇ ਸਾਲਟ। ਇਹ ਆਪਾਂ ਪੜ੍ਹ ਚੁੱਕੇ ਹਾਂ। ਦੇਖੋ NaOH ਲਿਆ, NaOH ਕੀ ਹੈ ਬੇਸ, ਅਤੇ HCl ਕੀ ਹੈ ਆਪਣੇ ਕੋਲੇ ਐਸਿਡ ਹੈ। ਆਪਾਂ ਨੇ ਬੇਸ ਨੂੰ ਐਸਿਡ ਦੇ ਨਾਲ ਰਿਐਕਟ ਕਰਾਇਆ, ਕੀ ਬਣ ਗਿਆ ਆਪਣੇ ਕੋਲੇ NaCl, ਇਹ ਕੀ ਹੈ ਸਾਲਟ, ਨਾਲ ਕੀ ਬਣ ਗਿਆ ਆਪਣੇ ਕੋਲੇ ਵਾਟਰ। ਠੀਕ ਹੈ, ਇਹੀ ਰਿਐਕਸ਼ਨ ਹੁੰਦਾ ਕਿ ਕਿਸੇ ਬੇਸ ਨੂੰ ਕਿਸੇ ਐਸਿਡ ਦੇ ਨਾਲ ਰਿਐਕਟ ਕਰਵਾਇਆ ਤਾਂ ਆਪਣੇ ਕੋਲੇ ਸਾਲਟ ਬਣ ਗਿਆ, ਨਾਲ ਕੀ ਬਣ ਗਿਆ ਵਾਟਰ ਬਣ ਗਿਆ। ਹੁਣ ਆਪਾਂ ਦੇਖਦੇ ਹਾਂ ਕਿ ਸਾਲਟ ਨੇ ਜਿਹੜੇ ਕਿੰਨੇ ਤਰ੍ਹਾਂ ਦੇ ਹੁੰਦੇ ਆ, ਕਿਵੇਂ ਕਿਵੇਂ ਹੁੰਦੇ ਆ, ਇਹਨਾਂ ਦੀ ਪ੍ਰੋਪਰਟੀਆਂ ਕਿਸ ਤਰ੍ਹਾਂ ਨਾਲ ਨੇ। ਇਹ ਤਾਂ ਆਪਾਂ ਪੜ੍ਹ ਚੁੱਕੇ ਹਾਂ ਸਾਲਟ ਬਾਰੇ ਚੰਗੀ ਤਰ੍ਹਾਂ ਨਾਲ
ਕਿ ਜੇ ਮੈਟਲ ਨੂੰ ਰਿਐਕਟ ਕਰਵਾਵਾਂਗੇ ਤਾਂ ਹਾਈਡਰੋਜਨ ਨਿਕਲੂਗਾ, ਅਗਰ ਆਪਾਂ ਐਸਿਡ ਬੇਸ ਨੂੰ ਕਰਵਾਵਾਂਗੇ ਤਾਂ ਕੀ ਹੋਊਗਾ ਆਪਣੇ ਕੋਲੇ ਵਾਟਰ ਨਿਕਲੂਗਾ। ਹੁਣ ਆਪਾਂ ਦੇਖਦੇ ਹਾਂ ਕਿ ਕਿੰਨੇ ਤਰ੍ਹਾਂ ਦੀ ਹੁੰਦੀ ਆ, ਨਿਊਟਰਲ, ਐਸਿਡਿਕ, ਬੇਸਿਕ। 3 ਤਰ੍ਹਾਂ ਦੇ ਹੁੰਦੇ ਆ, ਨਿਊਟਰਲ, ਐਸਿਡਿਕ ਔਰ ਬੇਸਿਕ। ਨਿਊਟਰਲ ਕਿਹੜੇ ਹੁੰਦੇ ਆ? ਜਿਹੜੇ ਨਿਊਟਰਲਾਈਜੇਸ਼ਨ ਰਿਐਕਸ਼ਨ ਦੇ ਵਿੱਚ ਬਣਦੇ ਆ, ਜਿਹਦੇ ਵਿੱਚ ਇੱਕ ਵਾਟਰ ਬਣੂ, ਇੱਕ ਸੋਲਟ ਬਣੂਗਾ, ਠੀਕ ਹੈ। ਇਹ ਕੀ ਹੈ? ਸਟਰੋਂਗ ਐਸਿਡ ਅਤੇ ਸਟਰੋਂਗ ਬੇਸ ਦੇ ਨਾਲ ਬਣਦੇ ਆ। ਇਹ ਯਾਦ ਰੱਖਣਾ ਆਪਾਂ ਨੇ ਕਿ ਜਿਹੜੇ ਨਿਊਟਰਲ ਸੋਲਟ ਹੁੰਦੇ ਆ ਉਹ ਕਿਹਦੇ ਨਾਲ ਬਣਦੇ ਆ? ਸਟਰੋਂਗ ਐਸਿਡ ਨੂੰ ਜਦੋਂ ਆਪਾਂ ਸਟਰੋਂਗ ਬੇਸ ਦੇ ਨਾਲ ਰਿਐਕਟ ਕਰਾਉਂਦੇ ਆ, ਸਟਰੋਂਗ ਐਸਿਡ ਨੂੰ ਸਟਰੋਂਗ ਬੇਸ ਨਾਲ। ਸਟਰੋਂਗ ਐਸਿਡ ਕੌਣ ਹੈ? HCl। ਸਟਰੋਂਗ ਬੇਸ ਕੌਣ ਆ? NaOH। ਇਹਨਾਂ ਨੂੰ ਰਿਐਕਟ ਕਰਵਾਵਾਂਗੇ, ਆਪਣੇ ਕੋਲ ਕੀ ਬਣੂਗਾ? NaCl ਪਲੱਸ ਵਾਟਰ। ਤਾਂ ਕੀ ਹੋ ਗਿਆ? ਨਿਊਟਰਲ। ਇਹ 'ਤੇ ਜਿਹੜਾ ਸੋਲਟ ਬਣਿਆ ਤੇ ਕੋਈ ਚਾਰਜ ਨਹੀਂ ਹੈਗਾ, ਕੋਈ ਵੀ ਚਾਰਜ ਨਹੀਂ ਹੈਗਾ, ਇਸ ਕਰਕੇ ਇਹ ਕੀ ਹੈ? ਨਿਊਟਰਲ ਆ ਬਿਲਕੁਲ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲੇ ਐਸਿਡਿਕ। ਐਸਿਡਿਕ ਕਿਹੜੇ ਹੋਣਗੇ? ਜਿਵੇਂ NH4Cl ਫੋਰਮਡ ਬਾਈ ਨਿਊਟਰਲਾਈਜੇਸ਼ਨ ਆਫ ਵੀਕ ਬੇਸ ਬਾਈ ਸਟਰੋਂਗ ਐਸਿਡ। ਹੁਣ ਇਹਦੇ ਵਿੱਚ ਕੀ ਸੀ? ਦੋਨੇ ਸਟਰੋਂਗ ਸੀਗੇ, ਐਸਿਡ ਵੀ ਅਤੇ ਬੇਸ ਵੀ। ਇਹਦੇ ਵਿੱਚ ਆਪਾਂ ਨੇ ਬੇਸ ਵੀਕ ਲਿਆ, ਠੀਕ ਹੈ, ਅਤੇ ਐਸਿਡ ਕੀ ਹੈ? ਸਟਰੋਂਗ ਲਿਆ। ਬੇਸ ਵੀਕ, ਐਸਿਡ ਕੀ ਲਿਆ? ਸਟਰੋਂਗ ਲਿਆ, ਠੀਕ ਹੈ। ਅਤੇ ਇਹ ਵੀ ਲਾਸਟ ਲਾਈਨ ਵੀ ਯਾਦ ਰੱਖਣੀ ਹੈ ਕਿ ਜਦੋਂ ਆਪਾਂ ਹਾਈਡਰੋਲਾਈਸਿਸ ਕਰਦੇ ਹਾਂ, ਸੋਲਿਊਸ਼ਨ ਜਿਹੜਾ NaCl ਦਾ ਨਿਊਟਰਲ ਹੀ ਰਹਿੰਦਾ। ਜਦੋਂ ਆਪਾਂ ਇਹਦੀ ਹਾਈਡਰੋਲਾਈਸਿਸ ਕਰਾਂਗੇ, ਇਹ ਕੀ ਹੈ? ਆਪਾਂ ਨੂੰ H ਪੋਜ਼ੀਟਿਵ ਦਊਗਾ, ਤਾਂ ਹੀ ਕਰਕੇ ਇਹ ਕੀ ਹੈ? ਐਸਿਡਿਕ ਹੈ। ਕੀ ਦਊਗਾ ਆਪਾਂ ਨੂੰ? ਇਹ H ਪੋਜ਼ੀਟਿਵ, ਤਾਂ ਹੀ ਕਰਕੇ ਇਹ ਕੀ ਹੈ? ਐਸਿਡਿਕ ਹੈ। ਨੈਕਸਟ ਆ ਗਿਆ ਆਪਣੇ ਕੋਲ ਬੇਸਿਕ। ਬੇਸਿਕ ਕੀ ਹੁੰਦਾ ਗਾ? ਜਿਵੇਂ ਆਹ ਵਾਲਾ, ਇਹ ਕੀ ਹੈ? ਬੇਸਿਕ ਹੈ ਕਿ ਆਪਾਂ ਨੇ ਕੀ ਆ? ਸਟਰੋਂਗ ਬੇਸ ਨੂੰ ਵੀਕ ਐਸਿਡ ਦੇ ਨਾਲ, ਸਟਰੋਂਗ ਬੇਸ ਵੀਕ ਐਸਿਡ। ਜਦੋਂ ਬੇਸਿਕ ਹੋਊਗਾ ਉਦੋਂ ਬੇਸ ਸਟਰੋਂਗ ਹੋਊਗਾ, ਜਦੋਂ ਐਸਿਡਿਕ ਹੋਊਗਾ ਉਦੋਂ ਐਸਿਡ ਸਟਰੋਂਗ ਹੋਊਗਾ। ਐਵੇਂ ਯਾਦ ਰੱਖਣਾ, ਦੂਸਰੀ ਚੀਜ਼ ਉਲਟਾ ਹੋਊਗੀ। ਜਦੋਂ ਐਸਿਡਿਕ ਹੈ, ਸਟਰੋਂਗ ਕੌਣ ਹੈ? ਐਸਿਡ। ਜਦੋਂ ਬੇਸਿਕ ਹੈ, ਸਟਰੋਂਗ ਕੌਣ ਹੈ? ਬੇਸ। ਦੂਜਾ ਕੀ ਹੋਊਗਾ? ਵੀਕ ਹੋਊਗਾ, ਠੀਕ ਹੈ। ਇਹਦੇ ਵਿੱਚ ਜਿਵੇਂ ਦੇਖੋ ਸੋਡੀਅਮ ਕਲੋਰਾਈਡ ਆ ਜਿਹੜਾ ਟੇਬਲ ਸਾਲਟ ਆਪਾਂ ਘਰੇ ਯੂਜ਼ ਕਰਦੇ ਹਾਂ, ਠੀਕ ਹੈ, ਉਹ ਕੀ ਹੈ? ਇਸ ਤਰੀਕੇ ਨਾਲ ਬਣਾਇਆ ਜਾਂਦਾ ਹੈਗਾ। ਲੈਦਰ ਬਣਾਈ ਜਾਂਦੀ ਹੈ, ਵਾਸ਼ਿੰਗ ਸੋਡਾ ਬਣਾਇਆ ਜਾਂਦਾ, ਬੇਕਿੰਗ ਸੋਡਾ, ਸੋਡੀਅਮ ਹਾਈਡਰੋਕਸਾਈਡ, ਇਹ ਸਾਰੇ ਨੇ ਜਿਹੜੇ ਇਹ ਪ੍ਰੋਸੈਸਾਂ ਨਾਲ ਬਣਾਏ ਜਾਂਦੇ ਨੇ, ਕਿਉਂਕਿ ਸਾਰੇ ਕੀ ਨੇ? ਬੇਸਿਕ ਸਾਲਟਸ ਨੇ। ਕਲੀਅਰ? ਦੇਖੋ ਇਹਨਾਂ ਨੂੰ ਆਪਾਂ ਸਮ ਅਪ ਕਰਦੇ ਹਾਂ ਕਿ ਆਪਾਂ ਕੀ ਪੜ੍ਹਿਆ। ਦੇਖੋ ਸਾਲਟ ਕੀ ਨੇਗੇ? ਆਇਨਿਕ ਪ੍ਰੋਡਕਟ ਐਸਿਡ ਤੇ ਬੇਸ ਦੀ ਨਿਊਟਰਲਾਈਜੇਸ਼ਨ ਤੋਂ ਬਣਦੇ ਆ। ਆਪਾਂ ਕਲੀਅਰ ਕਰਿਆ ਕਿ ਐਸਿਡ ਨੂੰ ਤੇ ਬੇਸ ਨੂੰ ਰਿਐਕਟ ਕਰਵਾ ਕੇ ਸਾਲਟ ਬਣਦੇ ਆ। ਫਿਰ ਆ ਗਿਆ ਆਪਣੇ ਕੋਲੇ ਐਸਿਡਿਕ। ਐਸਿਡਿਕ ਕੋਲ ਸਟਰੋਂਗ ਐਸਿਡ, ਵੀਕ ਬੇਸ ਹੋਊਗਾ। ਨਿਊਟਰਲ ਕੀ ਸੀ? ਦੋਨੇ ਸਟਰੋਂਗ ਹੋਣਗੇ। ਬੇਸਿਕ ਕੀ ਸੀ? ਬੇਸ ਸਟਰੋਂਗ ਹੋਊਗਾ, ਐਸਿਡ ਵੀਕ ਹੋਊਗਾ, ਠੀਕ ਹੈ। ਇਹਨਾਂ ਦੇ ਆਪਾਂ ਨੇ ਐਗਜ਼ਾਮਪਲਾਂ ਦੇ ਦਿੱਤੀਆਂ। ਐਗਜ਼ਾਮਪਲ ਪਹਿਲਾਂ ਨਿਊਟਰਲ ਦੀ ਕੀ ਦਿੱਤੀ ਕਿ ਸਟਰੋਂਗ ਨੂੰ ਸਟਰੋਂਗ ਦੇ ਨਾਲ ਰਿਐਕਟ ਕਰਾਇਆ ਤਾਂ ਆਪਣੇ ਕੋਲੇ ਸਾਲਟ ਅਤੇ ਵਾਟਰ ਬਣ ਗਿਆ। ਇਹਨੂੰ ਆਪਾਂ ਐਵੇਂ ਵੀ ਲਿਖ ਸਕਦੇ ਹਾਂ H2O, ਠੀਕ ਹੈ। ਫਿਰ ਆਪਣੇ ਕੋਲੇ ਬੇਸਿਕ ਆ ਗਿਆ। ਬੇਸਿਕ ਦੇ ਵਿੱਚ ਆਪਾਂ ਕੀ ਲਵਾਂਗੇ? ਸਟਰੋਂਗ ਬੇਸ ਵੀਕ ਐਸਿਡ, ਸਟਰੋਂਗ ਬੇਸ ਵੀਕ ਐਸਿਡ, ਤਾਂ ਆਪਣੇ ਕੋਲੇ ਆਹ ਵਾਲੀ ਚੀਜ਼ ਬਣ ਗਈ। ਨੈਕਸਟ ਆਪਣੇ ਕੋਲੇ ਕੀ ਆ ਗਿਆ? ਐਸਿਡਿਕ ਆ ਗਿਆ। ਇਹਦੇ ਵਿੱਚ ਆਪਾਂ ਐਸਿਡ ਜਿਹੜਾ ਸਟਰੋਂਗ ਲਵਾਂਗੇ, ਐਸਿਡ ਆ ਜਿਹੜਾ ਐਸਿਡਿਕ ਦੇ ਵਿੱਚ ਐਸਿਡ ਸਟਰੋਂਗ ਅਤੇ ਬੇਸ ਵੀਕ ਲਵਾਂਗੇ ਆਪਾਂ, ਠੀਕ ਹੈ ਜੀ। ਨੈਕਸਟ ਆਪਣੇ ਕੋਲੇ ਸਾਲਟ ਦੀਆਂ ਹੋਰ ਵੀ ਕੁਛ ਟਾਈਪਸ ਨੇਗੀਆਂ, ਜਿਵੇਂ ਹਾਈਡਰੇਟਡ ਸਾਲਟਸ। ਹਾਈਡਰੇਟਡ ਸਾਲਟ ਕੀ ਹੋਣਗੇ ਕਿ ਸਾਲਟ ਦੇ ਨਾਲ ਵਾਟਰ ਮੋਲੀਕਿਊਲ ਲੱਗੇ ਹੋਣਗੇ, ਸਾਲਟ ਦੇ ਨਾਲ ਵਾਟਰ ਮੋਲੀਕਿਊਲ। ਤਾਂ ਇਹਦੀ ਫੋਰਮੇਸ਼ਨ ਨਹੀਂ ਪੜ੍ਹਨੀ, ਇਹਦੇ ਵਿੱਚ ਡਾਇਰੈਕਟ ਪੁੱਛਿਆ ਜਾਂਦਾ ਕਿ ਇਹ ਕਿਹਦਾ ਫਾਰਮੂਲਾ ਹੈ। ਜਿਵੇਂ ਇਹਨਾਂ ਨੇ ਕੀ ਐਗਜ਼ਾਮਪਲਸ ਦਿੱਤੀਆਂ ਨੇ, ਬਲੂ ਵਿਟਰਲ, ਤਾਂ ਤੁਹਾਨੂੰ ਆਹ ਵਾਲਾ ਕੰਪਾਊਂਡ ਦੇ ਕੇ ਪੁੱਛ ਲੈਣਗੇ ਕਿ ਇਹਨਾਂ ਦੇ ਵਿੱਚੋਂ ਕਿਹਨੂੰ ਬਲੂ ਵਿਟਰਲ ਕਿਹਾ ਜਾਂਦਾ। ਤਾਂ ਜਿਹੜਾ ਕੋਪਰ ਹੈ ਉਹਦਾ ਕਲਰ ਕੀ ਹੁੰਦਾ? ਬਲੂ ਹੁੰਦਾ, ਇਸ ਕਰਕੇ ਇਹਨੂੰ ਬਲੂ ਵਿਟਰਲ ਕਹਿੰਦੇ ਆ। ਇਹਦੇ ਵਿੱਚ ਵਾਟਰ ਮੋਲੀਕਿਊਲ ਕਿੰਨੇ ਹੁੰਦੇ ਆ? 5। ਯਾਦ ਰੱਖਣਾ ਕਿ ਬਲੂ ਵਿਟਰਲ ਕਾਪਰ ਸਲਫੇਟ ਨੂੰ ਕਹਿੰਦੇ ਆ ਜਦੋਂ ਉਹਦੇ ਕੋਲੇ ਕੀ ਹੈ? 5 ਨੇ ਜਿਹੜੇ ਮੋਲੀਕਿਊਲ ਹੋਣ ਵਾਟਰ ਦੇ। ਫਿਰ ਗ੍ਰੀਨ ਕਦੋਂ ਕਹਿੰਦੇ ਆ? ਜਦੋਂ ਫੈਰਿਕ ਹੋਵੇ, ਫੈਰਿਕ ਹੋਵੇ ਅਤੇ ਵਾਟਰ ਮੋਲੀਕਿਊਲ ਕਿੰਨੇ ਆ? 7। ਵਾਟਰ ਮੋਲੀਕਿਊਲ 7 ਨੇ, ਯਾਦ ਰੱਖਣੇ ਐਜ਼ ਇਟ ਇਜ਼। ਤੁਸੀਂ ਫਾਰਮੂਲੇ ਇਹ ਯਾਦ ਰੱਖਣੇ ਆ। ਜਿਪਸਮ ਕੀ ਹੈਗਾ? ਜਦੋਂ ਕੀ ਹੈ? ਕੈਲਸ਼ੀਅਮ ਸਲਫੇਟ ਨਾਲ ਕੀ ਹੈ? ਵਾਟਰ ਲੱਗਿਆ। ਇੱਥੇ ਕੀ ਹੈ? 2 ਮੋਲੀਕਿਊਲਸ ਨੇ, ਇੱਥੇ ਕੀ ਹੈ? ਹਾਫ। ਜਿਪਸਮ ਅਤੇ ਪਲਾਸਟਰ ਆਫ ਪੈਰਿਸ 'ਚ ਇਹ ਫਰਕ ਹੈ ਕਿ ਜਿਪਸਮ ਦੇ ਵਿੱਚ ਵਾਟਰ ਦੇ ਜਿਹੜੀ ਮੋਲੀਕਿਊਲ ਨੇ ਉਹ ਜ਼ਿਆਦਾ ਹੁੰਦੇ ਆ ਦੈਨ ਪਲਾਸਟਰ ਆਫ ਪੈਰਿਸ। ਫਿਰ ਇਪੋਸਮ ਦੇ ਵਿੱਚ ਮੈਗਨੀਸ਼ੀਅਮ ਹੁੰਦਾ, ਇਹਦੇ ਵਿੱਚ ਵੀ ਕੀ ਹੈ? 7 ਵਾਟਰ ਮੋਲੀਕਿਊਲ। ਤਾਂ ਇਹ ਤੁਸੀਂ ਫਾਰਮੂਲੇ ਯਾਦ ਕਰਨੇ ਅਤੇ ਇਹਨਾਂ ਦੇ ਨਾਮ ਯਾਦ ਕਰਨੇ ਆ ਕਿ ਕਿਸ ਤਰ੍ਹਾਂ ਦੇ ਹੈ। ਫਿਰ ਆਪਣੇ ਕੋਲ ਆ ਗਿਆ ਕੈਮੀਕਲ ਫਰੋਮ ਕਾਮਨ ਸਾਲਟ।
ਕਾਮਨ ਸਾਲਟ ਨਮਕ ਤੋਂ ਆਪਾਂ ਕਿਹੜੇ ਕੈਮੀਕਲਸ ਕਿਵੇਂ ਬਣਾ ਸਕਦੇ ਹਾਂ। ਜਿਵੇਂ ਕਹਿੰਦੇ ਸਾਲਟ ਜਿਹੜਾ ਬਹੁਤ ਇੰਪੋਰਟੈਂਟ ਰਾ ਮਟੀਰੀਅਲ ਹੈ, ਜਿਹ ਤੋਂ ਆਪਾਂ ਹੋਰ ਕਾਫੀ ਸਾਰੇ ਡੇਲੀ ਲਾਈਫ 'ਚ ਜਿਹੜੇ ਯੂਜ਼ ਕਰਨ ਵਾਲੇ ਮਟੀਰੀਅਲ ਬਣਾ ਸਕਦੇ ਹਾਂ। ਜਿਵੇਂ NaOH ਹੋ ਗਿਆ, ਬੇਕਿੰਗ ਸੋਡਾ, ਵਾਸ਼ਿੰਗ ਸੋਡਾ, ਬਲੀਚਿੰਗ ਪਾਊਡਰ, ਹੋਰ ਵੀ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਆਪਾਂ ਕਿਚਨ ਦੇ ਵਿੱਚ ਯੂਜ਼ ਕਰਦੇ ਹਾਂ, ਉਹ ਆਪਾਂ ਕਾਮਨ ਸਾਲਟ ਤੋਂ ਬਣਾ ਸਕਦੇ ਹਾਂ। ਨੈਕਸਟ ਆਪਣੇ ਕੋਲ ਇੰਪੋਰਟੈਂਟ ਹੈਗਾ ਜਿਹੜਾ ਸੋਡੀਅਮ ਹਾਈਡਰੋਆਕਸਾਈਡ। ਸੋਡੀਅਮ ਹਾਈਡਰੋਆਕਸਾਈਡ ਕੌਣ ਹੈ? NaOH, ਸੋਡੀਅਮ ਹਾਈਡਰੋਆਕਸਾਈਡ। ਇਹਨੂੰ ਆਪਾਂ ਕਿਵੇਂ ਪ੍ਰੀਪੇਅਰ ਕਰਾਂਗੇ ਸੋਡੀਅਮ ਹਾਈਡਰੋਆਕਸਾਈਡ ਨੂੰ? ਅਗਰ ਆਪਾਂ ਨਮਕ ਲੈ ਲਈਏ, ਠੀਕ ਹੈ, ਉਹਦੇ ਵਿੱਚ ਆਪਾਂ ਪਾਣੀ ਪਾਵਾਂਗੇ, ਠੀਕ ਹੈ, ਐਕੁਅਸ ਆਪਾਂ ਨੇ ਲਿਆ NaCl, ਅਤੇ ਉਹਦੇ ਵਿੱਚ ਆਪਣੇ ਕੀ ਵਾਟਰ ਦੇ ਮੋਲੀਕੂਲ ਐਡ ਕਰਤੇ, ਕੀ ਬਣੂ ਆਪਣੇ ਕੋਲੇ? ਸੋਡੀਅਮ ਹਾਈਡਰੋਆਕਸਾਈਡ ਪਲੱਸ ਕਲੋਰੀਨ ਪਲੱਸ H2, ਠੀਕ ਹੈ, ਇਹ ਦੋ ਗੈਸਿਸ ਬਣ ਗਈਆਂ ਅਤੇ ਆਪਣੇ ਕੋਲ ਆਹ ਕੀ ਹੈ ਸਲਿਊਸ਼ਨ ਬਣ ਜੂਗਾ ਸੋਡੀਅਮ ਹਾਈਡਰੋਆਕਸਾਈਡ ਦਾ। ਨੈਕਸਟ ਆਪਣੇ ਕੋਲ ਹੈਗਾ ਬਲੀਚਿੰਗ ਪਾਊਡਰ। ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਬਲੀਚਿੰਗ ਪਾਊਡਰ ਦਾ ਫਾਰਮੂਲਾ ਯਾਦ ਰੱਖਣਾ, CaOCl2, CaOCl2 ਕੀ ਹੈ ਬਲੀਚਿੰਗ ਪਾਊਡਰ ਹੈ। ਬਲੀਚਿੰਗ ਪਾਊਡਰ ਨੂੰ ਆਪਾਂ ਕਿਵੇਂ ਪ੍ਰੋਡਿਊਸ ਕਰਦੇ ਹਾਂ? ਆਪਾਂ ਕਿ ਸਲੇਕਡ ਲਾਈਮ ਦੇ ਵਿੱਚ, ਸਲੇਕਡ ਲਾਈਮ ਕੌਣ ਹੈ? ਆਹ ਸਲੇਕਡ ਲਾਈਮ ਨੂੰ ਆਪਾਂ ਕੈਲਸ਼ੀਅਮ ਹਾਈਡਰੋਆਕਸਾਈਡ ਵੀ ਕਹਿੰਦੇ ਹਾਂ, ਸਲੇਕਡ ਲਾਈਮ ਵੀ ਕਹਿੰਦੇ ਹਾਂ, ਕੈਲਸ਼ੀਅਮ ਹਾਈਡਰੋਆਕਸਾਈਡ ਔਰ ਸਲੇਕਡ ਲਾਈਮ। ਜਦੋਂ ਆਪਾਂ ਸਲੇਕਡ ਲਾਈਮ ਦੇ ਵਿੱਚ ਕਲੋਰੀਨ ਗੈਸ ਪਾਸ ਕਰਵਾਉਂਦੇ ਹਾਂ ਤਾਂ ਆਪਣੇ ਕੋਲ ਕੀ ਬਣਦਾ? ਬਲੀਚਿੰਗ ਪਾਊਡਰ। ਇਹਦਾ ਫਾਰਮੂਲਾ ਯਾਦ ਰੱਖਣਾ CaOCl2 ਅਤੇ ਨਾਲ ਕੀ ਬਣਦਾ? ਵਾਟਰ। ਹੁਣ ਇਹਨੂੰ ਆਪਾਂ ਕਿਵੇਂ ਯੂਜ਼ ਕਰਦੇ ਹਾਂ? ਇਹ ਕੀ ਹੈ ਬਲੀਚਿੰਗ ਪਰਪਸਿਸ ਦੇ ਵਿੱਚ ਆਕਸੀਡਾਈਜ਼ਿੰਗ ਏਜੰਟ ਦੀ ਤਰ੍ਹਾਂ ਕੰਮ ਕਰਦਾ, ਡਿਸਇਨਫੈਕਟੈਂਟ ਫੋਰ ਡਰਿੰਕਿੰਗ ਵਾਟਰ। ਇਹਦੇ ਵਿੱਚ ਜਿਹੜੀ ਕਲੋਰੀਨ ਬਣਦੀ ਹੈ ਇਹ ਵਾਲੀ, ਉਹ ਕੀ ਹੈ ਡਰਿੰਕਿੰਗ ਵਾਟਰ ਨੂੰ ਸਾਫ਼ ਕਰਨ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਡਿਸਇਨਫੈਕਟੈਂਟ ਜਿਹੜੇ ਉਹਦੇ ਵਿੱਚ ਮਾਈਕਰੋਬਸ ਵਗੈਰਾ ਹੁੰਦੇ ਨੇ ਉਹਨੂੰ ਖਤਮ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਅਤੇ ਬਲੀਚਿੰਗ ਏਜੰਟ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ, ਕਲਰ ਰਿਮੂਵ ਕਰਾਉਣ ਵਾਸਤੇ ਆਕਸੀਡਾਈਜ਼ਿੰਗ ਏਜੰਟ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ। ਇਹਦਾ ਫਾਰਮੂਲਾ ਬਹੁਤ ਇੰਪੋਰਟੈਂਟ ਹੈ, ਬਹੁਤ ਵਾਰ ਪੁੱਛਿਆ ਗਿਆ ਕਿ ਬਲੀਚਿੰਗ ਪਾਊਡਰ ਦਾ ਫਾਰਮੂਲਾ ਕੀ ਹੈ? CaOCl2, ਇਹ ਤੁਸੀਂ ਯਾਦ ਕਰਨਾ। ਨੈਕਸਟ ਆਪਣੇ ਕੋਲ ਹੈਗਾ ਬੇਕਿੰਗ ਸੋਡਾ। ਬੇਕਿੰਗ ਸੋਡਾ ਦਾ ਫਾਰਮੂਲਾ ਸਭ ਤੋਂ ਇੰਪੋਰਟੈਂਟ ਹੈ NaHCO3। ਇਹ ਵੀ ਆਪਣੇ ਕੋਲ ਸਾਰੀਆਂ ਚੀਜ਼ਾਂ ਆਪਾਂ ਕਿਤੋਂ ਬਣਾਈਆਂ? ਨਮਕ ਤੋਂ ਬਣਾਈਆਂ ਨੇ, ਤਾਂ ਇਹਦੇ ਵਿੱਚ ਵੀ ਓਬਵੀਅਸ ਵੀ ਆਪਾਂ ਉਹੀ ਚੀਜ਼ਾਂ ਲਵਾਂਗੇ। ਆਪਾਂ ਨੇ ਕੀ ਲਿਆ? ਨਮਕ NaCl, ਫਾਰਮੂਲੇ ਵੀ ਨਾਲ ਯਾਦ ਕਰੀ ਜਾਇਓ, ਵਾਟਰ H2O, ਕਾਰਬਨ ਡਾਈਆਕਸਾਈਡ, ਅਮੋਨੀਆ। ਇਹ ਕੀ ਹੈ? ਅਮੋਨੀਆ ਦਾ ਫਾਰਮੂਲਾ ਹੈ, ਠੀਕ ਹੈ, ਇਹਨੂੰ ਯਾਦ ਕਰਨਾ NH3। ਤਾਂ ਇਹਦੇ ਤੋਂ ਆਪਣੇ ਕੋਲ ਕੀ ਬਣੂਗਾ? NH4Cl ਪਲੱਸ ਕੀ ਬਣ ਗਈ ਆਹ ਵਾਲੀ ਚੀਜ਼, ਇਹ ਕੀ ਆਪਣੇ ਕੋਲ? ਬੇਕਿੰਗ ਸੋਡਾ। ਬੇਕਿੰਗ ਸੋਡਾ ਇਹਨੂੰ ਯਾਦ ਕਰਨਾ NaHCO3, ਬੇਕਿੰਗ ਸੋਡਾ। ਹੁਣ ਅਗਰ ਆਪਾਂ ਫਰਦਰ ਕੀ ਆ ਉਹਨੂੰ ਹੀਟ ਕਰ ਦਈਏ, ਬੇਕਿੰਗ ਸੋਡਾ ਨੂੰ ਅੱਗੇ ਹੀਟ ਕਰੀਏ, ਤਾਂ ਆਪਣੇ ਕੋਲ ਕੀ ਬਣੂਗਾ? ਵਾਟਰ ਬਣ ਜੂਗਾ, ਕਾਰਬਨ ਡਾਈਆਕਸਾਈਡ ਬਣੂਗੀ, ਅਤੇ ਨਾਲ ਕੀ ਬਣੂਗਾ? Na2CO3, ਠੀਕ ਹੈ। ਇਹ ਕਿਹਦਾ ਫਾਰਮੂਲਾ ਹੈ? ਬੇਕਿੰਗ ਪਾਊਡਰ ਦਾ। ਇਹਨੂੰ ਵੀ ਯਾਦ ਕਰਨਾ ਹੈ, ਬੇਕਿੰਗ ਪਾਊਡਰ Na2CO3 ਕੀ ਹੈ? ਬੇਕਿੰਗ ਪਾਊਡਰ ਹੈ। NaHCO3 ਕੀ ਆ? ਬੇਕਿੰਗ ਸੋਡਾ ਹੈ। ਇੰਨਾ ਕੁ ਫਰਕ ਹੈ ਇਹਨਾਂ ਦੇ ਵਿੱਚ। ਅਤੇ ਇਹ ਕੀ ਐਂਟਾ ਐਸਿਡਸ ਐਂਡ ਫਾਇਰ, ਜਿਹੜੇ ਆਪਾਂ ਅੱਗ ਬੁਝਾਊ ਯੰਤਰ ਨੇ ਨਾ, ਉਹਨਾਂ ਦੇ ਵਿੱਚ ਜਿਹੜਾ ਆਪਾਂ ਸੋਡਾ ਐਸਿਡ ਟਾਈਪ ਚੀਜ਼ ਯੂਜ਼ ਕਰਦੇ ਹਾਂ ਉਹ ਇਹੀ ਹੁੰਦਾ, ਠੀਕ ਹੈ, ਬੇਕਿੰਗ ਸੋਡਾ। ਇਹਨਾਂ ਨੂੰ ਤੁਸੀਂ ਕਲੀਅਰਲੀ ਯਾਦ ਕਰਨਾ ਹੈ। ਨੈਕਸਟ ਆਪਣੇ ਕੋਲ ਆ ਗਿਆ ਵਾਸ਼ਿੰਗ ਸੋਡਾ। ਇਹਨਾਂ ਦੇ ਫਾਰਮੂਲੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਸਿੱਧੇ ਡਾਇਰੈਕਟ ਫਾਰਮੂਲੇ ਪੁੱਛ ਲੈਂਦੇ ਆ ਕਿ ਬੇਕਿੰਗ ਸੋਡਾ ਦਾ, ਬੇਕਿੰਗ ਪਾਊਡਰ ਦਾ ਜਾਂ ਵਾਸ਼ਿੰਗ ਸੋਡਾ ਦਾ ਕੀ ਫਾਰਮੂਲਾ ਹੈ। ਤਾਂ ਇਹਦਾ ਕੀ ਫਾਰਮੂਲਾ? Na2CO3 ਨਾਲ ਕੀ ਹੈ 10 ਵਾਟਰ ਮੋਲੀਕਿਊਲ, Na2CO3 10 ਵਾਟਰ ਮੋਲੀਕਿਊਲ। ਇਹ ਕਿਹਦੇ ਵਿੱਚ ਯੂਜ਼ ਕੀਤਾ ਜਾਂਦਾ? ਯੂਜ਼ਡ ਗਲਾਸ, ਸੋਪਸ, ਪੇਪਰ ਇੰਡਸਟਰੀ, ਬੋਰੈਕਸ ਬਣਾਉਣ ਦੇ ਵਾਸਤੇ, ਕਲੀਨਿੰਗ ਏਜੰਟ ਦੇ ਤੌਰ 'ਤੇ, ਅਤੇ ਪਾਣੀ ਦੀ ਜਿਹੜੀ ਹਾਰਡਨੈਸ ਹੈ ਉਹਨੂੰ ਰਿਮੂਵ ਕਰਨ ਦੇ ਵਾਸਤੇ। ਪਾਣੀ ਦੀ ਹਾਰਡਨੈਸ ਕਾਹਦੇ ਕਰਕੇ ਹੁੰਦੀ ਹੈ? ਜਦੋਂ ਪਾਣੀ ਦੇ ਵਿੱਚ ਕੈਲਸ਼ੀਅਮ ਜਾਂ ਮੈਗਨੀਸ਼ੀਅਮ ਦੇ ਆਇਨ ਆ ਜਾਣ ਤਾਂ ਉਹਨਾਂ ਨੂੰ ਖਤਮ ਕਰਨ ਵਾਸਤੇ ਆਪਾਂ ਵਾਸ਼ਿੰਗ ਸੋਡਾ ਯੂਜ਼ ਕਰਦੇ ਹਾਂ, ਠੀਕ ਹੈ। ਇਹ ਕਿਵੇਂ ਬਣਦਾ ਆਪਣੇ ਕੋਲ? ਬੇਕਿੰਗ ਸੋਡਾ ਨੂੰ ਜਦੋਂ ਆਪਾਂ ਰਿਐਕਟ ਕਰਾਉਂਦੇ ਹਾਂ 10 ਵਾਟਰ ਮੋਲੀਕਿਊਲਸ ਦੇ ਨਾਲ, ਤਾਂ ਆਪਣੇ ਕੋਲ ਕੀ ਬਣਦਾ? ਵਾਸ਼ਿੰਗ ਸੋਡਾ। ਕਲੀਅਰ? ਇਹਦਾ ਫਾਰਮੂਲਾ ਯਾਦ ਰੱਖ ਲੈਣਾ। ਨੈਕਸਟ ਆਪਣੇ ਕੋਲ ਹੈਗਾ ਪਲਾਸਟਰ ਆਫ ਪੈਰਿਸ। ਇਹਦਾ ਆਪਾਂ ਫਾਰਮੂਲਾ ਅੱਗੇ ਪੜ੍ਹਿਆ ਆ, CaS4 1/2 ਵਾਟਰ, ਹਾਫ ਵਾਟਰ ਮੋਲੀਕਿਊਲ। ਇਹ ਕੀ ਡਾਕਟਰ ਯੂਜ਼ ਕਰਦੇ ਨੇ, ਪਲਾਸਟਰ ਲਾਉਂਦੇ ਆ, ਜਿਹੜਾ ਆਪਣਾ ਉਹ ਪਲਾਸਟਰ ਆਫ ਪੈਰਿਸ ਹੀ ਹੁੰਦਾ। ਪਲਾਸਟਰ ਲਗਾਉਂਦੇ ਆ ਜਿਵੇਂ ਕੋਈ ਫ੍ਰੈਕਚਰ ਵਗੈਰਾ ਆ ਜੇ ਆਪਣੇ ਬੋਨਸ ਦੇ ਵਿੱਚ, ਉਹਨੂੰ ਸਿੱਧੀ ਪੋਜੀਸ਼ਨ ਦੇ ਵਿੱਚ ਲੈ ਕੇ ਆਉਣ ਦੇ ਵਾਸਤੇ ਇਹਨੂੰ ਯੂਜ਼ ਕਰਦੇ ਆ। ਇਹਨੂੰ ਆਪਾਂ ਜਿਪਸਮ ਤੋਂ ਤਿਆਰ ਕਰ ਸਕਦੇ ਹਾਂ, ਜਿਪਸਮ ਤੋਂ। ਜਦੋਂ ਆਪਾਂ ਜਿਪਸਮ ਨੂੰ ਕੀ ਹੈ ਹੀਟ ਕਰਾਂਗੇ ਤਾਂ ਉਹਦੇ ਵਿੱਚੋਂ ਕੀ ਹੈ ਪਾਣੀ ਦੇ ਮੋਲੀਕਿਊਲ ਬਾਹਰ ਚਲੇ ਜਾਣਗੇ, ਤਾਂ ਪਾਣੀ ਜਦੋਂ ਲੈਫਟ ਕਰ ਦੂਗਾ ਤਾਂ ਕੀ ਬਣ ਜੂਗਾ? ਪਲਾਸਟਰ ਆਫ ਪੈਰਿਸ। ਜਿਪਸਮ ਅਤੇ ਪਲਾਸਟਰ ਆਫ ਪੈਰਿਸ ਦੇ ਫਾਰਮੂਲੇ ਸੇਮ ਆ। ਪਲਾਸਟਰ ਆਫ ਪੈਰਿਸ ਦੇ ਵਿੱਚ ਹਾਫ ਵਾਟਰ ਮੋਲੀਕਿਊਲ ਹੈ,
ਜਿਪਸਮ ਦੇ ਵਿੱਚ 2 ਪਾਣੀ ਦੇ ਮੋਲੀਕਿਊਲਸ ਨੇ। ਠੀਕ ਹੈ ਜੀ, ਇਹਨੂੰ ਚੰਗੀ ਤਰ੍ਹਾਂ ਨਾਲ ਯਾਦ ਕਰ ਲੈਣਾ। ਹਾਂਜੀ, ਆਪਣਾ ਅੱਜ ਤਾਂ ਇੰਨਾ ਹੀ ਟੌਪਿਕ ਸੀਗਾ। ਆਪਣਾ ਐਸਿਡ ਬੇਸ ਚੈਪਟਰ ਕੰਪਲੀਟ ਹੋ ਗਿਆ। ਆਈ ਹੋਪ ਤੁਹਾਨੂੰ ਸਭ ਨੂੰ ਸਮਝ ਆ ਗਿਆ ਹੋਣਾ। ਅਗਰ ਕਿਸੇ ਦੀ ਵੀ ਕੋਈ ਕੁਆਰੀ ਹੈ, ਕੋਈ ਡਾਊਟ ਹੈ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ। ਆਪਣਾ ਚੈਨਲ ਜਿਹੜਾ ਜੁਆਇਨ ਕਰੋ, ਟੈਲੀਗ੍ਰਾਮ ਚੈਨਲ ਜੁਆਇਨ ਕਰੋ ਸਾਈ-ਫਾਈ ਸਟੱਡੀ ਵਾਲਾ, ਜਿਸ ਦੇ ਵਿੱਚ ਤੁਸੀਂ ਆਪਣੇ ਡਾਊਟਸ ਭੇਜ ਸਕਦੇ ਹੋ, ਡਿਸਕਸ ਕਰ ਸਕਦੇ ਹੋ। ਅਗਰ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ ਤਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਤਾਂ ਜੋ ਤੁਹਾਨੂੰ ਹਰੇਕ ਅਪਡੇਟ ਮਿਲਦੀ ਰਹੇ। ਥੈਂਕ ਯੂ।